ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਲਜੀਤ ਅਜਨੂਹਾ। ਦੋਸਤੋ, ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕੋਈ ਵਿਅਕਤੀ ਲੋਕਾਂ ਦੀ ਗੱਲ ਕਰਦਾ, ਆਵਾਮ ਦੀ ਗੱਲ ਕਰਦਾ, ਜਨਹਿਤ ਦੀ ਗੱਲ ਕਰਦਾ ਜਾਂ ਕੋਈ ਇਹੋ ਜਿਹਾ ਕਾਰਜ ਕਰਦਾ ਜਿਹੜਾ ਲੋਕਾਂ ਦੇ ਵਿੱਚ ਜਾਵੇ, ਜਿਹਦੇ ਨਾਲ ਲੋਕਾਂ ਨੂੰ ਫਾਇਦਾ ਲੱਗੇ ਔਰ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਕੰਮ ਸੀ ਉਹਦੇ ਨਾਲ ਲੋਕਾਂ ਨੂੰ ਪਤਾ ਲੱਗੇ। ਸੋ ਅੱਜ ਇਸੇ ਲੜੀ ਦੇ ਤਹਿਤ ਅੱਜ ਆਪਣੇ ਇਸ ਮੰਚ ਤੇ ਅਸੀਂ ਉਸ ਸ਼ਖਸੀਅਤ ਨੂੰ ਲੈ ਕੇ ਆਏ ਹਾਂ ਜਿਹੜੇ ਇੱਕ ਹੀ ਗੁਣ ਨਹੀਂ ਹੈ, ਬਹੁਤ ਹੀ ਗੁਣਾਂ ਦੇ ਸੁਮੇਲ ਨੇ ਔਰ ਇਸ ਵੇਲੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਨਾਮ ਹੈ। ਕਾਰਨ ਕੀ ਹੈ? ਉਹ ਇੱਕ ਇਹੋ ਜਿਹਾ ਕਾਰਜ ਕਰ ਰਹੇ ਜਿਹਦੇ ਕਰਕੇ ਉਹਨਾਂ ਦਾ ਨਾਮ ਆ ਉਸ ਜਿਹੜੀ ਆ ਬਾਂਸ ਦੀ ਖੇਤੀ ਨੂੰ ਲੈ ਕੇ, ਜਿਹੜਾ ਬਹੁਤ ਵੱਡਾ ਉਹਨਾਂ ਦਾ ਫਾਰਮ ਹਾਊਸ ਆ ਤੇ ਨਾਲ ਦੀ ਨਾਲ ਲੋਕਾਂ ਦੇ ਕੰਮ ਕਰਦੇ ਔਰ ਉਹ ਇੱਕ ਅਲੱਗ ਪ੍ਰੋਜੈਕਟ ਵੀ ਕਿਆ ਕਰਦੇ। ਉਹਨਾਂ ਦੀ ਪ੍ਰੋਜੈਕਟ ਸੰਬੰਧੀ ਵੀ ਅਸੀਂ ਗੱਲ ਕਰਾਂਗੇ, ਨਾਲ ਦੀ ਨਾਲ ਉਹਨਾਂ ਦੇ ਫਾਰਮ ਹਾਊਸ ਬਾਰੇ ਵੀ ਗੱਲ ਕਰਾਂਗੇ ਤੇ ਹੋਰ ਵੀ ਕਈ ਅਹਿਮ ਮੁੱਦੇ ਜਿਹੜੇ ਉਹਨਾਂ ਦੇ ਨਾਲ ਰਿਲੇਟਡ ਨੇ, ਕਿਉਂਕਿ ਉਹ ਸ਼ਖਸੀਅਤ ਤਾਂ ਮੈਂ ਫਸਟ ਆਫ ਆਲ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਿਆਂ ਵੀ ਇਹ ਉਹ ਸ਼ਖਸੀਅਤ ਨੇ ਜਿਹੜੇ ਇਸ ਵੇਲੇ ਮੰਚ ਤੇ ਆਏ। ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਕਰੀਬਨ ਹਰ ਹਫ਼ਤੇ 2-15 ਦਿਨੀ ਇਹਨਾਂ ਦੇ ਨਾਲ ਫੋਨ ਤੇ ਔਰ ਇਹਨਾਂ ਨੂੰ ਪਰਸਨਲੀ ਮਿਲਣ ਆਉਂਦੇ ਸੀਗੇ। ਉਹ ਕੀ ਕਾਰਨ ਸਾ ਉਹ ਵੀ ਅਸੀਂ ਗੱਲ ਕਰਾਂਗੇ। ਕੇ ਸੁਬਰਾਮਨੀਅਨ ਉਹ ਵੀ ਇਹਨਾਂ ਦੇ ਸੰਪਰਕ 'ਚ, ਇਹਨਾਂ ਦੇ ਫਾਰਮ ਹਾਊਸ 2-2 3-3 ਦਿਨ ਸਟੇ ਕਰਕੇ ਗਏ ਆ। ਉਹ ਕਿਉਂ? ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਇਹਨਾਂ ਦੇ ਨਾਲ ਵਿਸਤਾਰ ਦੇ ਨਾਲ ਗੱਲ ਕਰਾਂਗੇ। ਸੋ ਅਸੀਂ ਅੱਜ ਇਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਤੁਹਾਡਾ ਗੌਤਮ ਰਿਸ਼ੀ ਜੀ, ਤੁਹਾਡਾ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ। ਬਹੁਤ ਧੰਨਵਾਦ ਜੀ। ਇਸ ਤਰ੍ਹਾਂ ਹੈ ਕਿ 1978 'ਚ ਮੇਰੇ ਆਪਣੇ ਪੇਰੈਂਟਸ ਦੀ ਜਿਹੜੀ ਜ਼ਮੀਨ ਸੀਗੀ ਉਹ ਤਕਸੀਮ ਹੋ ਗਈ। ਉਸ ਦੇ ਵਿੱਚ ਅਸੀਂ 2 ਭਰਾ ਸੀਗੇ ਤੇ ਸਾਨੂੰ ਦੋਹਾਂ ਭਰਾਵਾਂ ਨੂੰ 354 ਕਨਾਲ ਜ਼ਮੀਨ ਜੰਗਲ ਦੀ ਮਿਲੀ। ਤੇ ਜਦੋਂ ਅਸੀਂ ਉਹ ਜ਼ਮੀਨ ਸਾਡੇ ਹਿੱਸੇ 'ਚ ਆ ਗਈ। ਜੀ ਸਰ, ਕਿਸ ਪਿੰਡ ਦੇ ਵਿੱਚ ਹੈ, ਕਿਸ ਜ਼ਿਲ੍ਹੇ ਦੇ ਵਿੱਚ ਹੈ? ਇਹ ਪਿੰਡ ਹੈ ਹਰਦੋਨੇਕਨਾਮਾ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਜੀ ਪਲੀਜ਼ ਕੈਰੀ ਔਨ। ਤੇ ਮੈਂ ਜਦੋਂ ਉਸ ਦਾ ਟੋਟਲ ਰੈਵਨਿਊ 354 ਕਨਾਲ ਦਾ ਲੈਣਾ ਚਾਹਿਆ ਤੇ ਉਹ 354 ਕਨਾਲ ਦਾ ਰੈਵਨਿਊ ਇੱਕ ਸਾਲ ਲਈ 250 ਰੁਪਏ ਤੋਂ ਉੱਪਰ ਨਹੀਂ ਮਿਲਿਆ। ਵੈਸੇ ਤੇ ਉਸ 354 ਕਨਾਲ ਦੀ ਜ਼ਮੀਨ ਜਿਹੜੀ ਮਿਲੀ ਉਹਦੇ ਵਿੱਚ ਟੋਟਲ ਵੇਸਟ ਲੈਂਡ ਪਈ ਹੋਈ ਸੀ। ਟੋਟਲ ਲੱਕੜੀ ਦਾ ਮੁੱਲ ਸਿਰਫ 80 ਰੁਪਏ ਪਿਆ। ਤੇ ਮੈਂ ਜਿਸ ਬੰਦੇ ਨੇ ਮੇਰੇ ਕੋਲੋਂ ਇੱਕ ਸਾਲ ਲਈ ਉਹ ਇੰਨਾ ਵੱਡਾ ਪੋਰਸ਼ਨ ਲਿਆ, ਮੈਂ ਉਹਨੂੰ ਕਿਹਾ 354 ਕਨਾਲ ਜ਼ਮੀਨ ਤੇ 250 ਰੁਪਈਆ ਵੀ ਕੁਛ ਤੇ ਸੋਚਿਆ ਜਾਏ। ਉਹ ਕਹਿਣ ਲੱਗਾ ਜੀ ਜੇ ਕੋਈ 255 ਰੁਪਏ ਦਿੰਦਾ ਤਾਂ ਉਹਨੂੰ ਦੇ ਦਿਓ, ਮੈਂ ਤਾਂ ਇਹ ਤੋਂ ਵੱਧ ਨਹੀਂ ਦੇ ਸਕਦਾ। ਪਰ ਮੈਨੂੰ 255 ਰੁਪਏ ਨਹੀਂ ਮਿਲੇ। ਇਨ ਦਾ ਮੇਨ ਟਾਈਮ ਮੈਂ ਇੱਕ ਰਸਾਲਾ ਮੇਰੇ ਹੱਥ ਲੱਗ ਗਿਆ, ਉਹ ਇਜ਼ਰਾਈਲ ਦਾ ਸੀਗਾ। ਉਹਦੇ ਵਿੱਚ ਮੈਂ ਪੜ੍ਹ ਕੇ ਹੈਰਾਨ ਹੋ ਗਿਆ ਕਿ ਇਜ਼ਰਾਈਲ ਇੱਕ ਐਸਾ ਦੇਸ਼ ਜਿਹੜਾ ਕਿ ਮਰੂਸਥਲ 'ਚ ਬਣਿਆ 1945 'ਚ ਔਰ ਉਹਨਾਂ ਲੋਕਾਂ ਨੇ ਆਪਣੀ ਮਿਹਨਤ ਨਾਲ ਉਹਨੂੰ ਦੁਨੀਆ ਦਾ ਸਭ ਤੋਂ ਹਰਾ ਮੁਲਕ ਬਣਾ ਦਿੱਤਾ। ਤਾਂ ਮੈਂ ਸੋਚਿਆ ਵੀ ਜੇ ਉਹ ਸਭ ਕੁਛ ਇਹ ਕਰ ਸਕਦੇ ਆ, ਅਸੀਂ ਕਿਉਂ ਨਹੀਂ ਕਰ ਸਕਦੇ? ਤਾਂ ਉੱਥੋਂ ਮੈਂ ਆਪਣੀ ਇਸ ਜ਼ਮੀਨ ਦੀ ਡਿਵੈਲਪਮੈਂਟ ਦੀ ਸ਼ੁਰੂਆਤ ਕੀਤੀ। ਸਰ, ਅੱਜ ਸਪੈਸ਼ਲ ਜਿਹੜਾ ਤੁਸੀਂ ਇੱਥੇ ਕੁਆਂਟਮ ਪੇਪਰ ਮਿਲ ਦੇ ਵਿੱਚ ਆਏ ਹੋ, ਬੰਬੂ ਡੇ ਦੇ ਵਿੱਚ ਆਏ ਹੋ, ਤੁਸੀਂ ਆਈ ਵੀ ਤੁਹਾਡਾ ਪਲੈਨਿੰਗ ਹੈ ਜਿਹਦੇ ਵਿੱਚ ਤੁਸੀਂ ਦੱਸਿਆ ਸੀਗਾ ਵੀ ਪੰਜਾਬ ਹੀ ਨਹੀਂ ਹੋਰ ਦੂਸਰੇ ਸੂਬਿਆਂ ਦੇ ਇਸ ਚੀਜ਼ ਦੀ ਜਿਹੜੀ ਬਾਂਸ ਦੀ ਘਾਟ ਆ, ਇਹ ਜਿਹੜਾ ਦੂਸਰਾ ਸੂਬਾ ਸਾਡੀ ਪੂਰੀ ਕਰਦਾ। ਪੰਜਾਬ ਦੇ ਵਿੱਚ ਬਹੁਤ ਲੈਂਡ ਆ ਬਟ ਇੱਥੇ ਖੇਤੀ ਤੋਂ ਜਾਗਰੂਕ ਨਹੀਂ ਆ। ਉਹਦੇ ਲਈ ਤੁਸੀਂ ਕਿਹੜਾ ਉਪਰਾਲਾ ਕਰਦੇ ਹੋ? ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਦੇ ਹੋ? ਇਸ ਤਰ੍ਹਾਂ ਹੈ ਕਿ ਇਹ ਬੜਾ ਵੱਡਾ ਦੁਖਾਂਤ ਹੈ ਕਿ ਅੱਜ 76-77 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ। ਪੰਜਾਬ ਦਾ ਇੱਕ ਕੰਢੀ ਏਰੀਆ ਕਹਿਲਾਂਦਾ ਹੈ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਉੱਥੇ ਫੋਰੈਸਟ ਏਰੀਆ ਹੈ ਜ਼ਿਆਦਾ, ਜਾਂ ਉਹ ਹਿੱਲੀ ਟਰੈਕ ਹੈ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਹ ਲੈਵਲਡ ਲੈਂਡ ਨਹੀਂ ਹੈ ਔਰ ਉਹ ਹਿਮਾਚਲ ਦੇ ਬਾਰਡਰ ਦੇ ਨਾਲ ਹੈ, ਜਿਸ 'ਚੋਂ ਪਠਾਨਕੋਟ ਤੋਂ ਲੈ ਕੇ ਤੇ ਤਕਰੀਬਨ ਅਸੀਂ ਰੋਪੜ ਤੋਂ ਵੀ ਅੱਗੇ ਚੱਲ ਜਾਈਏ ਤਾਂ ਇਹ ਉਹ ਏਰੀਆ ਹੈ ਜਿਹੜਾ ਕਿ 10% ਏਰੀਆ ਹੈ ਔਰ ਜਿਹਨੇ ਅੱਜ ਤੱਕ ਪੰਜਾਬ ਦੀ ਡਿਵੈਲਪਮੈਂਟ 'ਚ, ਪੰਜਾਬ ਦੇ ਪੈਸਿਆਂ ਦੀ ਯੋਗਦਾਨ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਔਰ ਲੋਕਾਂ ਦੀ ਵੀ ਉੱਥੇ ਹਾਲਾਤ ਜਿਹੜੇ ਹੈਗੇ ਆ ਉਹ ਕੋਈ ਬਹੁਤ ਅੱਛੇ ਨਹੀਂ ਹੈ। ਮੇਰੀ ਜਿਹੜੀ ਜ਼ਮੀਨ ਸੀਗੀ ਉਹ ਵੀ ਇਸ ਹੀ ਖਿੱਤੇ ਵਿੱਚ ਸੀਗੀ। ਸੋ ਜਿਸ ਵੇਲੇ ਉਹਦੇ 'ਤੇ ਮੈਂ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਇੱਕ ਗੱਲ ਸਮਝ ਲੱਗੀ ਕਿ ਜਿੰਨੀ ਦੇਰ ਤੱਕ ਪਾਣੀ ਨਾ ਬਚਾਇਆ ਗਿਆ ਉਨੀ ਦੇਰ ਤੱਕ ਜੇ ਅੱਗੇ ਮੈਂ ਡਿਵੈਲਪਮੈਂਟ ਕਰਨਾ ਚਾਹਾਂਗਾ ਤਾਂ ਨਹੀਂ ਕਰ ਸਕਾਂਗਾ। ਸੋ ਉਸ ਸੋਚ ਤੋਂ ਮੈਂ ਕਰਜ਼ਾ ਲੈ ਕੇ ਇੱਕ ਡੈਮ ਬਣਾਇਆ ਜਿਹੜਾ ਕਿ 32 ਫੁੱਟ ਉੱਚਾ ਸੀਗਾ ਔਰ ਉਹਦੇ ਵਿੱਚ ਇਸ ਲਈ 18 ਤੋਂ 20 ਫੁੱਟ ਉੱਚਾ ਪਾਣੀ ਖੜਾ ਹੈ ਜੀ। ਔਰ ਉਸ ਪਾਣੀ ਨਾਲ ਮੇਰੇ ਉਸ ਸਾਰੇ ਰਕਬੇ ਦੀ ਇੰਨੀ ਅੱਛੀ ਡਿਵੈਲਪਮੈਂਟ ਹੋ ਗਈ
ਕਿ ਜਿਹੜਾ ਮੈਨੂੰ 250 ਰੁਪਈਆ ਇੱਕ ਸਾਲ ਦੀ ਰੈਵਨਿਊ ਨਹੀਂ ਦਿੰਦਾ ਸੀ, 1918 ਚ ਮੈਂ ਬੈਂਬੂ ਤੋਂ 25 ਲੱਖ ਰੁਪਈਆ ਉਸ ਤੋਂ ਹਾਸਲ ਕੀਤਾ। ਸੋ ਮੈਂ ਖੁਦ ਇਸ ਗੱਲ ਤੇ ਹੈਰਾਨ ਹੁੰਦਾ ਹੈ ਕਿ ਜੇ ਇੱਕ ਥੋੜੀ ਜਿਹੀ ਕੋਸ਼ਿਸ਼ ਕਰਨ ਤੋਂ ਬਾਅਦ ਇੱਕ ਬਹੁਤ ਹੀ ਛੋਟਾ ਏਰੀਆ ਇੰਨੇ ਪੈਸੇ ਪੈਦਾ ਕਰ ਸਕਦਾ ਹੈ, ਤੇ ਪੰਜਾਬ ਦਾ 10ਵਾਂ ਹਿੱਸਾ ਜਿਹੜਾ ਬੇਕਾਰ ਪਿਆ ਹੋਇਆ ਹੈ ਉਹ ਕਈ ਹਜ਼ਾਰ ਕਰੋੜ ਰੁਪਈਆ ਪੈਦਾ ਕਰ ਸਕਦਾ, ਕਈ ਲੱਖ ਨੌਕਰੀਆਂ ਪੈਦਾ ਕਰ ਸਕਦਾ ਹੈ। ਅਸੀਂ ਕਿਉਂ ਨਹੀਂ ਕਰ ਸਕੇ ਅੱਜ ਤੱਕ? ਇਸ ਗੱਲ ਤੇ ਮੈਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਚਾਂਸ ਦੀ ਗੱਲ ਹੈ ਕਿ ਮੈਨੂੰ ਪੰਜਾਬ ਸਟੇਟ ਬੋਰਡ ਫਾਰ ਵਾਈਲਡ ਲਾਈਫ ਦਾ ਮੈਂਬਰ ਬਣਾ ਦਿੱਤਾ ਗਿਆ। ਮੇਰੀ ਉਸ ਉਪਰਾਲੇ ਦਾ ਇੱਕ ਨਤੀਜਾ ਸੀਗਾ ਕਿ ਸਰਕਾਰ ਨੇ ਇਸ ਲੈਵਲ ਦਾ ਮੈਨੂੰ ਅਹੁਦਾ ਦੇ ਦਿੱਤਾ, ਔਰ ਉਸ ਬੋਰਡ ਦੀ ਇੱਕ ਮੀਟਿੰਗ 'ਚ ਪ੍ਰਕਾਸ਼ ਸਿੰਘ ਬਾਦਲ ਜੋ ਉਸਦੇ ਚੀਫ ਮਿਨਿਸਟਰ ਸੀਗੇ, ਉਹਨਾਂ ਦੇ ਘਰ ਮੀਟਿੰਗ ਸੀ। ਉਸ ਮੀਟਿੰਗ 'ਚ ਮੀਟਿੰਗ ਹੋਈ ਔਰ ਮੀਟਿੰਗ ਖਤਮ ਹੋ ਗਈ। ਮੈਂ ਮੀਟਿੰਗ ਨੂੰ ਰੋਕਤਾ। ਬਾਦਲ ਸਾਹਿਬ ਨੇ ਬਹੁਤ ਹੀ ਸਿਆਣਪ ਕੀਤੀ ਕਿ ਮੇਰੀ ਮੀਟਿੰਗ ਤੋਂ ਬਾਅਦ ਵੀ ਉਹਨਾਂ ਨੇ ਮੀਟਿੰਗ ਨੂੰ ਚਾਲੂ ਕਰ ਦਿੱਤਾ ਔਰ ਮੇਰੇ ਵਿਚਾਰ ਉਹਨਾਂ ਨੇ ਸੁਣੇ। ਮੈਂ ਉਹਨਾਂ ਨੂੰ ਪਹਿਲਾਂ ਹੀ ਸਵਾਲ ਕੀਤਾ ਕਿ 75 ਸਾਲ ਇਸ ਰਕਬੇ ਨੂੰ ਅਗਰ ਇਗਨੋਰ ਕਰਕੇ ਅਸੀਂ ਪੈਸੇ ਪੈਦਾ ਨਹੀਂ ਕਰ ਸਕੇ ਤਾਂ ਇਹਦਾ ਕੌਣ ਜ਼ਿੰਮੇਵਾਰ ਹੈ? ਤੇ ਉਹਨਾਂ ਦਾ ਬਹੁਤ ਸਪਸ਼ਟ ਜਵਾਬ ਸੀਗਾ ਕਿ ਅਸੀਂ ਤਾਂ ਇਸ ਰਕਬੇ ਨੂੰ ਸਮਝਦੇ ਹਾਂ ਵੀ ਇਹ ਪੈਦਾ ਹੀ ਨਹੀਂ ਕਰ ਸਕਦਾ। ਮੈਂ ਕਿਹਾ ਫਿਰ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਰਕਬਾ ਪਰ ਏਕੜ ਇੰਨੇ ਪੈਸੇ ਪੈਦਾ ਕਰ ਸਕਦਾ ਹੈ। ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਰਕਬਾ ਪਰ ਏਕੜ ਇੰਨੇ ਪੈਸੇ ਪੈਦਾ ਕਰ ਸਕਦਾ ਹੈ ਜਿੰਨਾ ਕਿ ਪਰ ਏਕੜ ਪੰਜਾਬ ਦਾ ਹੋਰ ਕੋਈ ਹਿੱਸਾ ਕਰ ਹੀ ਨਹੀਂ ਸਕਦਾ। ਤੇ ਮੈਂ ਉਹਨਾਂ ਨੂੰ ਕਿਹਾ ਮੇਰੀ ਗੱਲ ਤੇ ਇਤਵਾਰ ਨਾ ਕਰੋ ਜੀ, ਮੈਂ ਜੋ ਕਹਿਣਾ ਪਿਆ ਇਹਦੇ ਇਤਵਾਰ ਨਾ ਕਰੋ, ਔਰ ਅਗਲੀ ਮੀਟਿੰਗ ਬੋਰਡ ਦੀ ਮੇਰੇ ਫਾਰਮ ਤੇ ਰੱਖੋ, ਆਪਣੀ ਅੱਖੀਂ ਜਾ ਕੇ ਦੇਖੋ ਕਿ ਜੋ ਮੈਂ ਕਹਿ ਰਿਹਾ ਉਹ ਸਹੀ ਹੈ ਜਾਂ ਨਹੀਂ। ਪਰ ਉਸ ਤੋਂ ਬਾਅਦ ਬਾਦਲ ਸਾਹਿਬ ਨੇ ਬਹੁਤ ਪੋਜ਼ਿਟਿਵ ਅਪਰੋਚ ਬਣਾਈ ਔਰ ਉਹਨਾਂ ਨੇ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਔਰ ਹੋਰ ਬਹੁਤ ਸਾਰੇ ਅਫਸਰਸ ਨੂੰ ਕਰੀਬ 8-10 ਗੱਡੀਆਂ ਉੱਥੇ ਭੇਜੀਆਂ, ਔਰ ਉਹਦਾ ਨਤੀਜਾ ਹੋਇਆ ਕਿ ਮੈਂ ਬਾਦਲ ਸਾਹਿਬ ਦੇ ਇੰਨਾ ਨੇੜੇ ਚਲਾ ਗਿਆ ਕਿ ਉਹ ਤਕਰੀਬਨ ਹਰ ਹਫਤੇ ਕਿਹਾ, ਪਹਿਲੇ 15 ਦਿਨ ਤਾਂ ਉਹ ਰੋਜ਼ ਹੀ ਫੋਨ ਕਰਦੇ ਰਹੇ, ਪਰ ਫਿਰ ਵੀ ਉਹ ਹਫਤਾ 10 ਦਿਨ ਬਾਅਦ 5-7 ਦਿਨ ਬਾਅਦ ਫੋਨ ਕਰਕੇ ਜਾਂ ਤਾਂ ਮੈਨੂੰ ਬੁਲਾ ਲੈਂਦੇ ਸੀ ਤੇ ਜਾਂ ਫੋਨ ਤੇ ਹੀ 15-15 ਮਿੰਟ ਅੱਧਾ ਘੰਟਾ ਡਿਸਕਸ ਕਰਦੇ ਰਹਿਣਾ ਵੀ ਆਪਾਂ ਇਸ ਏਰੀਏ ਨੂੰ ਕਿੱਦਾਂ ਡਿਵੈਲਪ ਕਰ ਸਕਦੇ ਹਾਂ। ਪਰ ਕੋਈ ਬਹੁਤ ਕੰਸਟਰਕਟਿਵ ਰੋਲ ਅਸੀਂ ਪਲੇ ਨਹੀਂ ਕਰ ਸਕੇ। ਪਰ ਮੈਂ ਯਤਨਸ਼ੀਲ ਹਾਂ ਹਲੇ ਵੀ, ਔਰ ਕੋਸ਼ਿਸ਼ 'ਚ ਹਾਂ ਕਿ ਅਗਰ ਮੈਂ ਆਪਣੀ ਇਸ ਜ਼ਿੰਦਗੀ ਦੇ ਸਫ਼ਰ ਨੂੰ ਮੁਕੰਮਲ ਕਰਨ ਤੋਂ ਪਹਿਲੇ ਆਪਣੀ ਇਸ ਧਰਤੀ ਦੀ ਕੋਈ ਸੇਵਾ ਕਰ ਜਾਵਾਂ ਤੇ ਮੈਂ ਖੁਸ਼ਕਿਸਮਤ। ਰਿਸ਼ੀ ਸਰ, ਇੱਕ ਜਿਹੜਾ ਤੁਸੀਂ ਲੈਟਰ ਲਿਖਿਆ ਸੀਗਾ ਜਿਹਦੇ ਵਿੱਚ ਆਈਜੀ ਗੁਰਕਵਾਲ ਸਿੰਘ ਸੰਧੂ ਸਾਹਿਬ ਜਿਨ੍ਹਾਂ ਦਾ ਇੱਥੇ ਕਾਫੀ ਰਕਬਾ ਹੈ ਸਾਡੇ ਏਰੀਏ 'ਚ, ਪਹਿਲਾਂ ਉਹ ਪ੍ਰੋਫੈਸਰ ਐਜੂਕੇਸ਼ਨ ਲਾਈਨ ਸੀਗੇ ਤੇ ਮੁੜ ਕੇ ਉਹ ਅੱਜ ਕੱਲ੍ਹ ਆਈਜੀ ਨੇ ਪੰਜਾਬ ਪੁਲਿਸ ਦੇ ਵਿੱਚ, ਉਹਨਾਂ ਦਾ ਰਕਬਾ ਆ। ਤੇ ਉਹ ਤੋਂ ਬਾਅਦ ਤੁਸੀਂ ਲੈਟਰ ਲਿਖਿਆ, ਉਹਨਾਂ ਦਾ ਇੱਕ ਸਟੂਡੈਂਟ ਇੱਥੇ ਕੰਜ਼ਰਵੇਟਰ ਜਿਹੜਾ ਕਾਫੀ ਸੀਨੀਅਰ ਅਧਿਕਾਰੀ ਹੈ ਉਹਦੇ ਨਾਲ ਗੱਲਬਾਤ ਕੀਤੀ, ਉਹ ਕੀ ਮੈਟਰ ਸੀਗਾ? ਤੇ ਨਾਲ ਦੀ ਨਾਲ ਇੱਕ ਹੋਰ ਜਿਹੜੀ ਗੱਲ ਵਿੱਚ ਅਸੀਂ ਗੱਲ ਕਰੀਏ, ਇੱਕ PAU ਤੋਂ ਤੁਹਾਨੂੰ ਲੈਟਰ ਆਇਆ ਜਿਹੜਾ ਤੁਹਾਨੂੰ ਕਾਲ ਕੀਤੀ ਸੀ। ਜਦੋਂ ਤੁਸੀਂ ਕਿਤੇ ਗੱਲ ਕਰਦੇ ਹੋ, ਜਿਵੇਂ ਤੁਸੀਂ ਬਾਦਲ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਤੁਹਾਡੀ ਗੱਲ ਨੂੰ ਫੋਲੋ ਕੀਤਾ, ਉੱਤੇ ਕੰਮ ਕਰਕੇ ਤੁਹਾਡੇ ਰਿਲੇਸ਼ਨ ਵਧੀਆ ਬਣ ਗਏ ਤੇ ਤੁਸੀਂ ਉਹਨੂੰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਇਸੇ ਤਰ੍ਹਾਂ ਦੀਆਂ ਦੋ ਸਵਾਲ ਜਿਹੜੇ ਰਲਵੇਂ ਮਿਲਵੇਂ ਜਿਹੇ ਆ, ਇੱਕ ਤਾਂ ਜਿਹੜੇ ਆਈਜੀ ਸਾਹਿਬ ਸੰਧੂ ਸਾਹਿਬ ਉਹਨਾਂ ਦਾ ਜਿਹੜਾ ਇੱਥੇ ਆਫਿਸਰ ਆ, ਤੇ ਦੂਸਰਾ ਜਿਹੜਾ ਉਹਨਾਂ ਦੇ ਨਾਲ ਗੱਲ ਕੀਤੀ ਸੀ ਤੁਸੀਂ PAU ਤੋਂ, ਉਹਨਾਂ ਨਾਲ ਬਹਿ ਕੇ ਤੁਸੀਂ ਕਿਸ ਤਰ੍ਹਾਂ ਆਪਣੀ ਇਸ ਪ੍ਰੋਜੈਕਟ ਬਾਰੇ ਗੱਲਬਾਤ ਕੀਤੀ? ਇਸ ਤਰ੍ਹਾਂ ਹੋਇਆ ਕਿ ਮੈਨੂੰ ਇੱਕ ਵਾਰ ਫੋਨ ਆ ਗਿਆ ਆਈਜੀ ਸਾਹਿਬ ਦਾ ਕਿ ਮੈਂ ਆਈਜੀ ਕ੍ਰਾਈਮ ਚੰਡੀਗੜ੍ਹ ਹਾਂ ਔਰ ਮੈਨੂੰ ਪਤਾ ਲੱਗਾ ਕਿ ਤੁਸੀਂ ਬੈਂਬੂ ਤੇ ਕੰਮ ਕਰਦੇ ਪਏ ਹੋ ਤੇ ਕੀ ਤੁਸੀਂ ਮੇਰੀ ਹੈਲਪ ਕਰੋਗੇ ਜੀ? ਮੈਂ ਕਿਹਾ ਜੀ ਮੈਂ ਬੈਂਬੂ ਦੇ ਮਸਲੇ ਵਿੱਚ ਕਿਸੇ ਵੀ ਬੰਦੇ ਦੀ ਮਦਦ ਕਰਨ ਲਈ 24 ਘੰਟੇ ਤਿਆਰ। ਪਰ ਇਹ ਗੱਲਾਂ ਜਿਹੜੀਆਂ ਇਹ ਟੈਲੀਫੋਨ ਤੇ ਨਹੀਂ ਹੋ ਸਕਣੀਆਂ। ਪਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਮੇਰਾ ਨੰਬਰ ਕਿਹਨੇ ਦਿੱਤਾ ਜੀ? ਫਿਰ ਉਹ ਕਹਿਣ ਲੱਗੇ ਕਿ ਮੈਂ ਪਹਿਲੇ ਪ੍ਰੋਫੈਸਰ ਸੀਗਾ PAU 'ਚ ਔਰ ਮੇਰਾ ਇੱਕ ਸਟੂਡੈਂਟ ਇਸ ਲਈ ਚੀਫ ਕੰਜ਼ਰਵੇਟਰ ਫੋਰੈਸਟ ਹੈ। ਮੈਂ ਉਹਨਾਂ ਨੂੰ ਆਪਣੇ ਰਕਬੇ ਵਿੱਚ ਬੈਂਬੂ ਲਗਾਉਣ ਬਾਰੇ ਗਾਈਡੈਂਸ ਲੈਣ ਲਈ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਅਗਰ ਬੈਂਬੂ ਦੀ ਕੋਈ ਗਾਈਡੈਂਸ ਲੈਣੀ ਹੈ ਤਾਂ ਤੁਹਾਨੂੰ ਦਸੂਏ ਗੌਤਮ ਰਿਸ਼ੀ ਤੋਂ ਮਿਲਣੀ ਹੈ। ਤੇ ਫਿਰ ਮੈਂ ਇਸ ਗੱਲ ਤੇ ਇਤਵਾਰ ਨਹੀਂ ਕੀਤਾ ਤੇ ਉਹਨਾਂ ਨੂੰ ਮੈਂ ਦੁਬਾਰਾ PAU ਨੂੰ ਫੋਨ ਕੀਤਾ, ਉੱਥੇ ਫੋਰੈਸਟਰੀ ਦੇ ਹੈੱਡ ਆਫ ਦੀ ਡਿਪਾਰਟਮੈਂਟ ਨੂੰ ਪੁੱਛਿਆ ਕਿ ਮੈਂ ਬੈਂਬੂ ਲਗਾਉਣਾ ਚਾਹੁੰਦਾ ਤੇ ਮੇਰੀ ਯੂਨੀਵਰਸਿਟੀ ਕੀ ਮਦਦ ਕਰ ਸਕਦੀ ਹੈ। ਤੇ ਯੂਨੀਵਰਸਿਟੀ ਤੋਂ ਵੀ ਇਹੋ ਜਵਾਬ ਮਿਲਿਆ
ਕਿ ਬੈਂਬੂ ਦੇ ਉੱਤੇ ਅਗਰ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਤੇ ਪੰਜਾਬ 'ਚ ਸਿਰਫ ਇੱਕੋ ਹੀ ਬੰਦਾ ਹੈ ਗੌਤਮ ਰਿਸ਼ੀ ਜਿਹੜਾ ਕਿ ਇਹਦੀ ਸਹੀ ਜਾਣਕਾਰੀ ਦੇ ਸਕਦਾ ਹੈ। ਤਾਂ ਉਹ ਤੋਂ ਬਾਅਦ ਫਿਰ ਆਈਜੀ ਸਾਹਿਬ ਨੇ ਮਨ ਬਣਾ ਲਿਆ ਕਿ ਮੈਨੂੰ ਹੁਣ ਦਸੂਹੇ ਹੀ ਜਾਣਾ ਪੈਣਾ ਹੈ। ਔਰ ਮੈਂ ਇਸ ਗੱਲ ਲਈ ਖੁਸ਼ਕਿਸਮਤ ਕਹਿ ਸਕਦਾ ਕਿ ਉਹ ਆਏ ਮੇਰੇ ਕੋਲ ਔਰ ਫਿਰ ਉਹ ਮੇਰੇ ਫਾਰਮ ਤੇ ਗਏ। ਫਿਰ ਉਹਨਾਂ ਨੇ ਮਨ ਬਣਾ ਲਿਆ ਕਿ ਮੈਂ ਆਪਣੇ ਫਾਰਮ ਤੇ ਹੁਣ ਬੈਂਬੂ ਗਰੋ ਕਰਨਾ ਹੈ ਔਰ ਉਹ ਚਾਹੁੰਦੇ ਹੈ ਕਿ ਜਿਸ ਤਰ੍ਹਾਂ ਦਾ ਫੋਰੈਸਟ ਮੈਂ ਆਪਣੇ ਫਾਰਮ ਤੇ ਗਰੋ ਕੀਤਾ ਹੋਇਆ ਉਹ ਵੀ ਆਪਣੇ ਫਰਜ਼ ਤੇ ਬੈਂਬੂ ਗਰੋ ਕਰਨਾ ਚਾਹੁੰਦੇ ਆ। ਇਸੇ ਉਪਰਾਲੇ 'ਚ ਮੈਂ ਸੀਐਮ ਸਾਹਿਬ ਨੂੰ 4-5 ਚਿੱਠੀਆਂ ਲਿਖ ਚੁੱਕਾ ਹਾਂ ਕਿ ਬੈਂਬੂ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਪੈਦਾ ਕਰ ਸਕਦਾ ਹੈ, ਲੱਖਾਂ ਨੌਕਰੀਆਂ ਪੈਦਾ ਕਰ ਸਕਦਾ ਹੈ। ਪਰ ਹਾਲੇ ਤੱਕ ਉਹਨਾਂ ਚਿੱਠੀਆਂ ਦਾ ਕੋਈ ਰਿਪਲਾਈ ਨਹੀਂ ਹੈ, ਕੋਈ ਗੱਲ ਹਾਂ ਕੋਈ ਉਹਦਾ ਕੋਈ ਨਤੀਜਾ ਉਹਦੀ ਕੋਈ ਗੱਲ ਨਹੀਂ ਹੋ ਸਕੀ। ਉਹ ਹਲੇ ਕੋਈ ਪੋਜ਼ਿਟਿਵ ਰਿਸਪਾਂਸ ਨਹੀਂ ਹੈ। ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਘੁੰਮੀ ਜਾਂਦੀਆਂ ਪਈਆਂ ਔਰ 1-2 ਚਿੱਠੀਆਂ ਮੇਰੀਆਂ PAU ਚਲੀਆਂ ਗਈਆਂ। ਫਿਰ ਮੈਂ PAU ਨੂੰ ਸਿੱਧੀ ਚਿੱਠੀ ਲਿਖਤੀ ਕਿ DC ਸਾਹਿਬ ਨੂੰ, ਔਰ ਮੈਂ ਬੜਾ ਹੈਰਾਨ ਹਾਂ ਕਿ ਮੈਂ ਜਿਸ ਤਰ੍ਹਾਂ ਉਹਨਾਂ ਨੂੰ ਆਪਣੀ ਚਿੱਠੀ ਭੇਜੀ ਉਸੇ ਤਰ੍ਹਾਂ ਉਹਨਾਂ ਦਾ ਜਵਾਬ ਆ ਗਿਆ ਕਿ ਅਸੀਂ ਤੁਹਾਡੀ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਨੇ ਇਹਨਾਂ ਨਾਲ ਸਹਿਮਤ ਨਹੀਂ ਹਾਂ ਔਰ ਤੁਸੀਂ ਬਹੁਤ ਵਧਾ ਚੜਾ ਕੇ ਗੱਲਾਂ ਲਿਖੀਆਂ ਹੋਈਆਂ ਵਿੱਚ। ਫਿਰ ਮੈਂ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਮੈਨੂੰ ਟਾਈਮ ਦਿਓ, ਮੈਂ ਤੁਹਾਡੇ ਨਾਲ ਮਿਲਣਾ ਚਾਹੁੰਦਾ। ਫਿਰ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਔਰ ਅਸੀਂ ਗਏ। ਫਿਰ ਉਹ ਕਨਵਿੰਸ ਹੋ ਗਏ ਕਿ ਤੁਸੀਂ ਠੀਕ ਕਹਿ ਰਹੇ ਹੋ ਤੇ ਉਹਨਾਂ ਨੇ ਆਪਣੇ ਹੈਡ ਆਫ ਦੀ ਡਿਪਾਰਟਮੈਂਟ ਦੀ ਡਿਊਟੀ ਲਾਈ ਕਿ ਤੁਸੀਂ ਜਾਓ ਔਰ ਮੌਕੇ ਤੇ ਸਾਰੀ ਇਨਫੋਰਮੇਸ਼ਨ ਨੂੰ ਕਲੈਕਟ ਕਰਕੇ ਤੇ ਰਿਪੋਰਟ ਸਬਮਿਟ ਕਰੋ। ਹਾਂਜੀ, ਇੱਕ ਹੋਰ ਮੈਂ ਇਸ ਆਪਣੀ ਕੋਸ਼ਿਸ਼ 'ਚ 10 ਦਿਨ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਹੈ ਕਿ ਪੰਜਾਬ 'ਚ ਇੱਕ ਫਾਰਮਰਸ ਐਂਡ ਫਾਰਮ ਲੇਬਰ ਕਮਿਸ਼ਨ ਬਣਿਆ ਹੈ ਜੀ ਔਰ ਉਸ ਕਮਿਸ਼ਨ ਦੇ 10 ਮੈਂਬਰ ਹੈ। ਆਫਿਸ ਉਹਨਾਂ ਦਾ SS ਨਗਰ ਚੰਡੀਗੜ੍ਹ ਦੇ ਮੁਹਾਲੀ ਹੈ ਜੀ। ਇੱਕ ਲੈਟਰ ਮੈਂ ਉਹਨਾਂ ਦੇ ਚੇਅਰਮੈਨ ਨੂੰ ਲਿਖਤਾ ਇਸੇ ਮੁਤਲਕਾ ਕਿ ਕੰਢੀ ਏਰੀਆ ਹੈ, 10% ਏਰੀਆ ਪੰਜਾਬ ਦਾ ਹੈ, ਵੇਸਟ ਪਿਆ ਹੋਇਆ ਹੈ, ਇੱਥੇ ਲੋਕਾਂ ਦੀ ਇਕਨੋਮਿਕ ਕੰਡੀਸ਼ਨ ਠੀਕ ਨਹੀਂ ਹੈ, ਇਹਦੇ ਉੱਤੇ ਕੋਈ ਬਹੁਤ ਵੱਡਾ ਉਪਰਾਲਾ ਸਰਕਾਰ ਇਸ ਲਈ ਨਹੀਂ ਕਰ ਸਕੇਗੀ ਜਿਹਦੇ ਕਰਕੇ ਇਹਦੀ ਕੰਡੀਸ਼ਨ ਬਦਲ ਜਾਏ। ਇਹਦੀ ਕੰਡੀਸ਼ਨ ਬਦਲੀ ਜਾ ਸਕਦੀ ਹੈ। ਉਹਨਾਂ ਨੇ ਵੀ ਉਹ ਚਿੱਠੀ ਜਿਹੜੀ ਹੈ ਉਹ PAU ਨੂੰ ਭੇਜ ਦਿੱਤੀ ਕਿ ਤੁਸੀਂ ਇਸ ਚਿੱਠੀ ਇਹਦੇ ਵਿੱਚ ਜੋ ਕੁਝ ਲਿਖਿਆ ਹੈ ਇਹਦੇ ਬਾਰੇ ਸਾਨੂੰ ਕਨਫਰਮ ਕਰਕੇ ਦੱਸੋ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਰੀਆਂ ਕੋਸ਼ਿਸ਼ਾਂ ਹਾਲੇ ਤੱਕ ਕੋਈ ਨਤੀਜਾ ਨਹੀਂ ਪੈਦਾ ਕਰ ਸਕੀਆਂ। ਕੋਸ਼ਿਸ਼ਾਂ ਨਿਰੰਤਰ ਜਾਰੀ ਹੈ। ਹਾਂਜੀ, ਬਾਹਰਲੇ ਸਾਥੀ ਕੋਈ ਹਾਲੇ ਪੋਜ਼ਿਟਿਵ ਰਿਸਪਾਂਸ ਨਹੀਂ ਆ ਰਿਹਾ। ਸਰ, ਆਪਾਂ ਗੱਲ ਕਰੀਏ ਇੱਕ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਹੜੀ ਸਹਾਇਤਾ ਸੰਸਥਾ ਦੇ ਚੇਅਰਮੈਨ ਸੀ K ਸੁਬਰਾਮਨਿਆਮ ਜੀ ਆਏ ਸੀ ਤੁਹਾਡੇ ਕੋਲ ਔਰ ਕਾਫੀ ਦਿਨ ਰਹੇ। ਵੈਸੇ ਤਾਂ ਅਕਸਰ ਮੈਂ ਦੱਸ ਦਿਆਂ ਆਪਣੇ ਸਰੋਤਿਆਂ ਨੂੰ ਇਹਨਾਂ ਦੇ ਫਾਰਮ ਹਾਊਸ ਤੇ ਜਿਸ ਫਾਰਮ ਹਾਊਸ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਉੱਥੇ PCS IPS IAS ਅਧਿਕਾਰੀ ਬਹੁਤ ਸਮੇਂ ਤੇ ਉੱਥੇ ਅਕਸਰ ਇਹਨਾਂ ਦਾ ਫਾਰਮ ਹਾਊਸ ਦੇਖਣ ਜਾਂਦੇ ਆ ਤੇ ਨਾਲ ਦੀ ਨਾਲ ਇਹਨਾਂ ਜਿਹੜੀ ਹੁਣ ਅਸੀਂ ਗੱਲ ਕੀਤੀ ਆ ਉਹਦੇ ਬਾਰੇ ਦੱਸਣਗੇ ਵੀ ਇੱਕ ਦਿਨ ਦਾ ਟਾਈਮ ਲੈ ਕੇ 3 ਦਿਨ ਪੂਰੇ ਆਪਣੇ ਸਾਮ-ਦਾਮ ਦੇ ਨਾਲ ਇਹਨਾਂ ਕੋਲ ਰਹਿ ਕੇ ਗਏ ਸੀ। ਮੇਰੇ ਕੋਲ ਇੱਕ ਮੈਂਬਰ ਪਲਾਨਿੰਗ ਕਮਿਸ਼ਨ ਸੀ ਮਿਸਟਰ ਮਿਸ਼ਰਾ, ਮੈਨੂੰ ਉਹਨਾਂ ਦਾ ਪੂਰਾ ਨਾਮ ਤਾਂ ਭੁੱਲ ਗਿਆ, ਬੜੀ ਪੁਰਾਣੀ ਗੱਲ ਹੈ ਜੀ। ਉਦੋਂ ਟੈਲੀਫੋਨ ਨਹੀਂ ਹੁੰਦੇ ਸੀਗੇ, ਲੈਂਡਲਾਈਨ ਫੋਨ ਹੁੰਦਾ ਸੀਗਾ। ਉਹਨਾਂ ਦਾ ਮੈਨੂੰ ਚਿੱਠੀ ਆਇਆ ਕਿ ਮਿਸਟਰ ਰਿਸ਼ੀ ਤੁਸੀਂ ਕੋਈ ਆਪਣੇ ਫਾਰਮ ਤੇ ਵਿਕਲਾ ਕੰਮ ਕਰਦੇ ਪਏ ਹੋ, ਸਾਨੂੰ ਜਾਣਕਾਰੀ ਮਿਲੀ ਹੈ ਤੇ ਮੈਂ ਆਉਣਾ ਚਾਹੁੰਦਾ ਜੀ ਤੇ ਮੈਨੂੰ ਦੱਸੋ ਮੈਂ ਕਿਸ ਦਿਨ ਆਵਾਂ। ਮੈਂ ਉਹਨਾਂ ਨੂੰ ਚਿੱਠੀ ਦਾ ਜਵਾਬ ਦਿੱਤਾ ਕਿ ਮੈਂ 24 ਘੰਟੇ ਅਵੇਲੇਬਲ ਹਾਂ ਤੇ ਤੁਸੀਂ ਆਪਣਾ ਪ੍ਰੋਗਰਾਮ ਬਣਾ ਕੇ ਆ ਜਾਓ ਮੇਰੇ ਕੋਲ ਤੇ ਜਿਸ ਦਿਨ ਤੁਸੀਂ ਵੈਸੇ ਤਾਂ ਅਕਸਰ ਮੈਂ ਦੱਸ ਦਿਆਂ ਆਪਣੇ ਸਰੋਤਿਆਂ ਨੂੰ ਇਹਨਾਂ ਦੇ ਫਾਰਮ ਹਾਊਸ ਤੇ ਜਿਸ ਫਾਰਮ ਹਾਊਸ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਉੱਥੇ PCS IPS IAS ਅਧਿਕਾਰੀ ਬਹੁਤ ਸਮੇਂ ਤੇ ਉੱਥੇ ਅਕਸਰ ਇਹਨਾਂ ਦਾ ਫਾਰਮ ਹਾਊਸ ਦੇਖਣ ਜਾਂਦੇ ਆ ਤੇ ਨਾਲ ਦੀ ਨਾਲ ਇਹਨਾਂ ਜਿਹੜੀ ਹੁਣ ਅਸੀਂ ਗੱਲ ਕੀਤੀ ਆ ਉਹਦੇ ਬਾਰੇ ਦੱਸਣਗੇ ਵੀ ਇੱਕ ਦਿਨ ਦਾ ਟਾਈਮ ਲੈ ਕੇ 3 ਦਿਨ ਪੂਰੇ ਆਪਣੇ ਸਾਮ-ਦਾਮ ਦੇ ਨਾਲ ਇਹਨਾਂ ਕੋਲ ਰਹਿ ਕੇ ਗਏ ਸੀ। ਮੇਰੇ ਕੋਲ ਇੱਕ ਮੈਂਬਰ ਪਲਾਨਿੰਗ ਕਮਿਸ਼ਨ ਸੀ ਮਿਸਟਰ ਮਿਸ਼ਰਾ, ਮੈਨੂੰ ਉਹਨਾਂ ਦਾ ਪੂਰਾ ਨਾਮ ਤਾਂ ਭੁੱਲ ਗਿਆ, ਬੜੀ ਪੁਰਾਣੀ ਗੱਲ ਹੈ ਜੀ। ਉਦੋਂ ਟੈਲੀਫੋਨ ਨਹੀਂ ਹੁੰਦੇ ਸੀਗੇ, ਲੈਂਡਲਾਈਨ ਫੋਨ ਹੁੰਦਾ ਸੀਗਾ। ਉਹਨਾਂ ਦਾ ਮੈਨੂੰ ਚਿੱਠੀ ਆਇਆ ਕਿ ਮਿਸਟਰ ਰਿਸ਼ੀ ਤੁਸੀਂ ਕੋਈ ਆਪਣੇ ਫਾਰਮ ਤੇ ਵਿਕਲਾ ਕੰਮ ਕਰਦੇ ਪਏ ਹੋ, ਸਾਨੂੰ ਜਾਣਕਾਰੀ ਮਿਲੀ ਹੈ ਤੇ ਮੈਂ ਆਉਣਾ ਚਾਹੁੰਦਾ ਜੀ ਤੇ ਮੈਨੂੰ ਦੱਸੋ ਮੈਂ ਕਿਸ ਦਿਨ ਆਵਾਂ। ਮੈਂ ਉਹਨਾਂ ਨੂੰ ਚਿੱਠੀ ਦਾ ਜਵਾਬ ਦਿੱਤਾ ਕਿ ਮੈਂ 24 ਘੰਟੇ ਅਵੇਲੇਬਲ ਹਾਂ ਤੇ ਤੁਸੀਂ ਆਪਣਾ ਪ੍ਰੋਗਰਾਮ ਬਣਾ ਕੇ ਆ ਜਾਓ ਮੇਰੇ ਕੋਲ ਤੇ ਜਿਸ ਦਿਨ ਤੁਸੀਂ ਆਓਗੇ ਮੈਂ ਅਵੇਲੇਬਲ ਹੋਵਾਂਗਾ। ਉਹ ਖੈਰ ਉਹਨਾਂ ਦੀ ਚਿੱਠੀ ਆ ਗਈ ਕਿ ਅਸੀਂ ਇੱਕ ਦਿਨ ਲਈ ਆ ਰਹੇ ਹਾਂ, ਪਰ ਉਹ 3 ਦਿਨ ਮੇਰੇ ਕੋਲ ਰਹੇ ਔਰ ਇੰਨਾ ਇੰਪ੍ਰੈਸ ਹੋ ਕੇ ਗਏ ਕਿ ਅਖੀਰ 'ਚ ਜਾਣ ਲੱਗਿਆ ਉਹਨਾਂ ਨੇ ਕਿਹਾ, ਅੱਜ ਵੀ ਮੈਨੂੰ ਉਹਨਾਂ ਦੇ ਸ਼ਬਦ ਅੱਛੀ ਤਰ੍ਹਾਂ ਯਾਦ ਹੈ ਕਿ ਰਿਸ਼ੀ ਮੈਂ ਇਹ ਕਰ ਨਹੀਂ ਸਕਦਾ ਪਰ ਮੇਰੀ ਇੱਛਾ ਇਹ ਹੈ ਕਿ ਤੈਨੂੰ ਮੈਂਬਰ ਪਲਾਨਿੰਗ ਕਮਿਸ਼ਨ ਬਣਾ ਦਿੱਤਾ ਜਾਵੇ। ਤਾਂ ਉਹ ਜਿਹੜੇ ਉਹਨਾਂ ਦੀ ਵੈਲਿਊਏਬਲ ਕਮੈਂਟਸ ਹਨ ਉਹ ਅੱਜ ਵੀ ਮੇਰੇ ਲਈ ਬਹੁਤ ਕੀਮਤੀ ਅਮੁੱਲਿਆ ਜਿਹੜੀ ਸ਼ਬਦ ਹੈ
ਕਿਉਂਕਿ ਹਿੰਦੁਸਤਾਨ ਦੇ ਪਲਾਨਿੰਗ ਕਮਿਸ਼ਨ ਦਾ ਮੈਂਬਰ ਹੋ ਕੇ ਆਣਾ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਮਤਲਬ ਅਸੀਂ ਨੂੰ ਕਹਿ ਸਕਦੇ ਹਾਂ। ਇੱਕ ਸਰ ਤੁਹਾਡਾ ਉਹ ਰਿਕਮੈਂਡ ਕਰਕੇ ਗਏ ਸੀ ਜਿਹੜਾ ਅਵਾਰਡ ਹੁੰਦਾ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਅਵਾਰਡ, ਉਹ ਕਿਹਨਾਂ ਨੇ ਰਿਕਮੈਂਡ ਕੀਤਾ ਸੀ ਔਰ 2 ਸਾਲ ਬਾਅਦ ਮਿਲਦਾ, ਉਹ ਕਿਸ ਤਰ੍ਹਾਂ ਉਹ ਅਵਾਰਡ ਸੰਬੰਧੀ ਜਿਹੜੀ ਇਸ ਤਰ੍ਹਾਂ ਹੈ ਕਿ 1998 ਚ ਮੇਰਾ ਨਾਮ ਦੇਸ਼ ਦੇ ਹਾਈਐਸਟ ਫੋਰੈਸਟਰੀ ਅਵਾਰਡ ਲਈ ਜੀ ਇੰਦਰਾ ਗਾਂਧੀ ਪ੍ਰੀਦਰਸ਼ਨੀ ਬ੍ਰਿਕਸ਼ ਮਿੱਤਰਾ ਅਵਾਰਡ ਹੈ ਉਹਦਾ ਨਾਮ ਜੀ, ਉਹਦੇ ਲਈ ਚਲਾ ਗਿਆ ਸੀਗਾ। ਮੈਂ ਸ਼ਾਰਟ ਲਿਸਟ ਵੀ ਹੋ ਗਿਆ ਸੀਗਾ, ਪਰ ਚਾਂਸ ਦੀ ਗੱਲ ਹੈ ਚਲੋ ਨਹੀਂ ਮਿਲ ਸਕਿਆ ਮੈਨੂੰ ਇੰਨਾ ਹੀ ਖੁਸ਼ੀ ਹੈ ਕਿ ਮੈਂ ਹਿੰਦੁਸਤਾਨ ਦੀ ਉਸ ਲਿਸਟ 'ਚ ਸ਼ਾਮਲ ਹੋ ਗਿਆ, ਬਲਕਿ ਮੈਂ 1 ਨੰਬਰ ਤੇ ਆ ਗਿਆ ਸੀ। ਜਿਹੜੇ 10 ਮੈਂਬਰ ਆਏ ਸੀ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਵਿੱਚ ਤੁਸੀਂ ਉਸ ਨੂੰ ਰਿਕਮੈਂਡ ਕਰਨ ਲਈ ਗਵਰਨਮੈਂਟ ਆਫ ਇੰਡੀਆ ਨੇ ਚੀਫ ਸੈਕਟਰੀ ਪੰਜਾਬ ਨੂੰ ਲਿਖਿਆ ਕਿ ਇਹਦੀਆਂ ਜਿੰਨੀਆਂ ਰਿਕਮੈਂਡੇਸ਼ਨਸ ਹੈਗੀਆਂ ਇਹ ਤੁਸੀਂ ਥੱਲੇੋਂ ਇਨਫੋਰਮੇਸ਼ਨ ਨਹੀਂ ਲਓਗੇ, ਤੁਸੀਂ ਆਪ ਫਿਜ਼ੀਕਲੀ ਜਾ ਕੇ ਆਪਣੀ ਪਰਸਨਲ ਰਿਕਮੈਂਡੇਸ਼ਨਸ ਭੇਜੋਗੇ। ਔਰ ਮੈਂ ਬੜਾ ਉਹਨਾਂ ਦਾ ਧੰਨਵਾਦੀ ਹਾਂ ਕਿ ਉਹ ਆਏ ਚੀਫ ਸੈਕਟਰੀ ਮੇਰੇ ਫਾਰਮ ਤੇ, ਉਹਨਾਂ ਨੇ ਇੱਕ PAU ਤੋਂ ਟੀਮ ਲੈ ਲਈ, ਇੱਕ ਫੋਰੈਸਟ ਡਿਪਾਰਟਮੈਂਟ ਤੋਂ ਲੈ ਲਈ, ਇੱਕ ਸੋਇਲ ਕੰਜ਼ਰਵੇਸ਼ਨ ਤੋਂ ਲੈ ਲਈ, ਔਰ ਫਿਰ ਉਹਨਾਂ ਨੇ ਜਿਹੜੀ ਰਿਪੋਰਟ ਬਣਾ ਕੇ ਭੇਜੀ ਉਹਦੀ ਰਿਪੋਰਟ ਦੇ ਬਿਨਾਂ ਤੇ ਹੀ ਮੈਂ 1 ਨੰਬਰ ਤੇ ਆਇਆ। ਔਰ ਇੱਕ ਬਾਰ ਹੋਰ ਉਹਨਾਂ ਨੇ ਉਹ ਫਿਰ ਸ਼ਾਇਦ ਕੋਈ ਟ੍ਰੇਨਿੰਗ ਮਹਾਤਮਾ ਗਾਂਧੀ ਟ੍ਰੇਨਿੰਗ ਇੰਸਟੀਚਿਊਟ ਹੈ ਪੰਜਾਬ 'ਚ ਜੀ, ਉੱਥੇ ਸਿਰਫ IPS ਜਾਂ IAS ਜਾਂ IFS ਹੀ ਟ੍ਰੇਨਿੰਗ ਲਈ ਜਾਂਦੇ ਆ ਜੀ। ਇੱਕ ਵਾਰ 18 ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਫ 1 ਹਫ਼ਤੇ ਦੀ ਟ੍ਰੇਨਿੰਗ ਲਈ ਆਏ ਜੀ ਤੇ ਉਹਨਾਂ ਦੀ ਜਿਹੜੀ ਪਰਸਨਲ ਵਿਜ਼ਿਟ ਸੀਗੀ ਉਹ ਮੇਰੇ ਫਾਰਮ ਤੇ ਕਰਵਾਈ ਉਹਨਾਂ ਨੇ। ਜੀ ਇੱਕ ਲਾਸਟ ਟਾਈਮ ਗੈਸਟ ਜਿਹੜੇ ਆਏ ਸੀ ਤੁਹਾਡੇ ਕੋਲ ਲਾਸਟ ਟਾਈਮ, ਉਹ ਕਿੱਥੋਂ ਆਏ ਸੀ ਗੈਸਟ ਜਿਹੜੇ ਆ ਲਾਸਟ ਟਾਈਮ? ਆ ਜਿਹੜੇ ਵਿਦੇਸ਼ੀ ਜਿਹੜੇ ਗੱਲ ਹੋਈ ਸੀ ਆਪਣੇ ਵਿਦੇਸ਼ ਤੋਂ ਆਏ ਜਿਹੜੇ ਆ ਜਿਹੜੇ 3-4 ਦਿਨ ਹੋਏ ਗੈਸਟ ਆਏ ਸੀ, ਉਹ ਕਿਸ ਤਰ੍ਹਾਂ ਆ ਕੇ ਗਏ? ਆ ਜਿਹੜਾ ਹੁਣ ਤੁਸੀਂ ਦੱਸਿਆ ਸੀ ਵੀ ਗੈਸਟ ਬਾਹਰੋਂ ਆਏ ਵਿਦੇਸ਼ ਤੋਂ ਉਹਦੇ ਵਿੱਚ ਰਹਿ ਕੇ ਗਏ ਤੁਹਾਡੇ ਫਾਰਮ ਹਾਊਸ ਤੇ ਕਾਫੀ ਨਹੀਂ, ਉਹ ਹੁਣੇ ਹੀ ਥੋੜੀ ਦੇਰ ਹੋਈ ਹੈ ਤੇ ਨੌਨੀ ਫੋਰੈਸਟਰੀ ਐਂਡ ਐਗਰੀਕਲਚਰ ਯੂਨੀਵਰਸਿਟੀ ਹੈ ਜੀ, ਇਹਨਾਂ ਦੀ ਇੱਕ ਬੱਚਿਆਂ ਦੀ ਟੀਮ ਆਈ ਸੀ, 60 ਬੱਚੇ ਆਏ ਸੀਗੇ। ਅੱਛਾ। ਔਰ ਉਹਨਾਂ ਦੀ ਫੈਕਲਟੀ ਦੇ ਪ੍ਰੋਫੈਸਰ ਵੀ ਸੀ, ਉਹ ਵੀ ਮੇਰਾ ਸਾਰਾ ਫਾਰਮ ਹੁਣ ਦੇਖ ਕੇ ਗਏ ਹੈ। ਸਰ ਕਿੰਨੇ ਏਕੜ ਦਾ ਫਾਰਮ ਹਾਊਸ ਤੁਹਾਡਾ? ਦੇਖੋ ਮੇਰੇ ਕੋਲ 354 ਏਕੜ ਸੀਗੀ, ਜਿਹਦੇ ਚੋਂ ਅਸੀਂ 2 ਭਰਾਵਾਂ 'ਚ ਵੰਡੀ ਗਈ। ਉਹ ਮੇਰੇ ਕੋਲ 154 ਰਹਿ ਗਈ, ਮੇਰੇ ਛੋਟੇ ਭਰਾ ਨੂੰ 200 ਕਨਾਲ ਦੇ ਦਿੱਤੀ। ਅੱਛਾ, तो 154 ਕਨਾਲ 'ਚ ਵੀ ਅੱਜ ਦੇ ਦਿਨ ਹਿੱਲੀ ਏਰੀਏ 'ਚ ਮੈਂ ਐਸਾ 25 ਲੱਖ ਰੁਪਈਆ ਤਾਂ ਮੈਂ ਪੈਦਾ ਕਰਤਾ 1 ਸਾਲ 'ਚ ਜੀ, ਪਰ ਮੈਂ ਇਸ ਕੌਨਫੀਡੈਂਸ ਯਕੀਨ 'ਚ ਹਾਂ ਕਿ ਅਗਰ ਉੱਥੇ ਸਹੀ ਤਰੀਕੇ ਨਾਲ ਮੈਨੂੰ ਬੈਂਬੂ ਦੀ ਸਪੀਸ਼ੀਜ਼ ਮਿਲ ਜਾਂਦੀਆਂ, ਬੈਂਬੂ ਦੇ ਉੱਤੇ ਮੈਨੂੰ ਗਾਈਡੈਂਸ ਮਿਲ ਜਾਂਦੀ ਔਰ ਉਹਨੂੰ ਕਿਸ ਤਰੀਕੇ ਨਾਲ ਮੈਕਸਿਮਮ ਐਫੀਸ਼ੀਐਂਸੀ ਤੇ ਲੈ ਕੇ ਜਾਣਾ ਹੈ, ਤੇ ਮੈਂ ਯਕੀਨ ਨਾਲ ਕਹਿ ਸਕਦਾ ਕਿ 1 ਏਕੜ 'ਚ 4 ਲੱਖ ਰੁਪਈਆ ਪੈਦਾ ਕੀਤਾ ਜਾ ਸਕਦਾ ਹੈ। ਔਰ ਪੰਜਾਬ ਦੀ ਕਿਸੇ ਵੀ ਕਰੌਪ ਤੋਂ ਜੀ, ਕਿਸੇ ਵੀ ਧਰਤੀ ਤੇ ਪੰਜਾਬ ਦੀ 4 ਲੱਖ ਰੁਪਈਆ 1 ਏਕੜ 'ਚ ਨਹੀਂ ਪੈਦਾ ਕੀਤਾ ਜਾ ਸਕਦਾ। ਸਰ ਇਸ ਕੰਮ ਲਈ ਆਪਣੇ ਫਾਰਮ ਹਾਊਸ ਤੁਸੀਂ ਹੋਰ ਵੀ ਕਿਸੇ ਦਾ ਸਹਿਯੋਗ ਲੈਂਦੇ ਹੋ ਜਾਂ ਤੁਹਾਡੇ ਨਾਲ ਹੋਰ ਸਹਿਯੋਗੀ ਹੁੰਦੇ ਆ ਜਾਂ ਕਿਸ ਤਰ੍ਹਾਂ ਤੁਸੀਂ ਉਹਨੂੰ? ਨਹੀਂ, ਜਿਹੜਾ ਤਾਂ ਮੇਰਾ ਫਾਰਮ ਹੈ ਉਹਦੇ ਤੱਕ ਖੈਰ ਮੈਂ ਲੱਗਾ ਜੀ। ਜਿਹੜਾ ਹੁਣ ਰਾਮਪੁਰ ਪ੍ਰੋਜੈਕਟ ਮੈਂ ਸ਼ੁਰੂ ਕੀਤਾ ਹੋਇਆ ਹੈ ਜਿਹਦੇ 'ਚ ਅਸੀਂ ਕਹਿ ਰਹੇ ਹਾਂ ਕਿ ਅਸੀਂ ਉਸ ਪਿੰਡ ਨੂੰ 1 ਕਰੋੜ ਰੁਪਈਆ 1 ਸਾਲ ਦੀ ਇਨਕਮ ਤੇ ਦੇ ਕੇ ਜਾਣਾ ਜੀ, ਤੇ ਅਸੀਂ 4 ਬੰਦਿਆਂ ਨੇ ਰਲ ਕੇ ਸ਼ੁਰੂ ਕੀਤਾ ਸੀ ਜੀ, ਪਰ ਹੁਣ ਤੇ ਮੈਂ ਇਕੱਲਾ ਹੀ ਰਹਿ ਗਿਆ ਤੇ ਉਸ ਪ੍ਰੋਜੈਕਟ ਨੂੰ ਵੀ ਚਲਦੇ ਨੂੰ 2 ਸਾਲ ਹੋ ਚੱਲੇ ਆ। 3 ਸਾਲ ਜਾਂ 4 ਸਾਲ ਤੋਂ ਬਾਅਦ ਮੈਂ ਉਮੀਦ ਕਰਦਾ ਹਾਂ ਕਿ ਮੈਂ ਉਹਨੂੰ 1 ਕਰੋੜ ਰੁਪਇਆ 1 ਸਾਲ ਦੀ ਇਨਕਮ ਤੇ ਦੇ ਦਾਂਗਾ। ਸਰ ਜਿਹੜਾ ਪਿਛਲੇ ਇੰਨੇ ਸਾਲਾਂ ਤੋਂ ਜਿਹੜੀ ਅਸੀਂ ਗੁਫ਼ਤਗੂ ਕੀਤੀ ਹੈ ਇਸ ਬੈਂਬੂ ਦੀ ਖੇਤੀ ਨੂੰ ਲੈ ਕੇ, ਤੁਸੀਂ ਅੱਜ ਤੱਕ ਜਿਹੜੇ ਆਪਣੇ ਕੰਮ ਕੀਤੇ ਅੱਜ ਤੱਕ ਸਰਕਾਰਾਂ ਵੱਲੋਂ, ਚਾਹੇ ਸੈਂਟਰ ਸਰਕਾਰ ਚਾਹੇ ਭਾਰਤ ਸਰਕਾਰ ਪੰਜਾਬ ਸਰਕਾਰ, ਇਹਦੇ ਵੱਲੋਂ ਤੁਹਾਨੂੰ ਕੋਈ ਅਵਾਰਡ ਜਾਂ ਤੁਹਾਨੂੰ ਲੱਗਦਾ ਵੀ ਜਿਹੜੀ ਤੁਹਾਨੂੰ ਨੀਡ ਹੈਗੀ ਆ ਨੈਸੈਸਿਟੀ ਹੈਗੀ ਉਹ ਪੂਰੀ ਕੀਤੀ ਗਈ ਜਾਂ ਤੁਹਾਨੂੰ ਲੱਗਦਾ ਇਨ ਫਿਊਚਰ ਹੋ ਸਕਦੀ ਹੈ ਪੋਸੀਬਲ? ਮੇਰੇ ਕੋਲ ਜਦੋਂ IG ਸਾਹਿਬ ਆਏ ਉੱਥੇ ਫਾਰਮ ਦੇਖਣ ਜੀ, ਜਿਹੜਾ ਪਹਿਲਾ ਸਵਾਲ ਸੀ ਉਹਨਾਂ ਦਾ ਜੀ, ਉਹ ਇਹ ਸੀਗਾ ਕਿ ਮੈਨੂੰ ਕਹਿਣਗੇ ਰਿਸ਼ੀ ਤੈਨੂੰ ਅੱਜ ਤੱਕ ਕੋਈ ਅਵਾਰਡ ਮਿਲਿਆ ਕਿ ਨਹੀਂ? ਜੀ, ਮੈਂ ਕਿਹਾ ਜੀ ਮੈਨੂੰ ਉਹਦਾ ਜਿਹਨੂੰ ਤੁਸੀਂ ਅਵਾਰਡ ਕਹਿੰਦੇ ਉਹ ਤਾਂ ਨਹੀਂ ਮਿਲਿਆ, ਪਰ ਵੈਸੇ ਮੈਨੂੰ ਅਵਾਰਡ ਮਿਲਿਆ ਹੋਇਆ। ਮੈਂ ਜਿੱਥੇ ਪਹੁੰਚ ਗਿਆ ਉਹ ਸਿਰਫ ਇਹ ਵੀ ਆਪਣੇ ਆਪ 'ਚ ਇੱਕ ਅਵਾਰਡ ਇੱਕ ਅਵਾਰਡ ਜਿਹੜੇ ਤੁਹਾਡੇ ਗੈਸਟ ਹੁੰਦੇ ਆ ਸ਼ਬਦਾਂ ਰੂਪੀ ਜਿਹੜਾ ਅਵਾਰਡ ਆ ਉਹ ਤੁਹਾਨੂੰ ਬਹੁਤ ਵਾਰ ਮਿਲ ਚੁੱਕਾ ਆ, ਪਰ ਐਕਚੁਅਲ 'ਚ ਜਿਹੜਾ ਅਵਾਰਡ ਮਿਲਣਾ ਉਹ ਨਹੀਂ ਮਿਲਿਆ ਹਾਲੇ। ਅਸੀਂ ਉਸ ਲਾਈਨ ਦੇ ਵਿੱਚ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ, ਕਿਉਂਕਿ ਤੁਸੀਂ ਡਿਜ਼ਰਵ ਕਰਦੇ ਹੋ, ਤੁਸੀਂ ਆਪਣੇ ਇਸ ਪ੍ਰੋਫੈਸ਼ਨ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਕਰਦੇ ਹੋ। ਰਿਸ਼ੀ ਸਰ ਜਿਹੜੇ ਸਾਡੇ ਹੋਰ ਫਾਰਮਰ ਆ ਉਹ ਤੁਹਾਡੇ ਇਸ ਖੇਤੀ ਬੈਂਬੂ ਦੀ ਜਾਂ ਕਿਸੇ ਤਰ੍ਹਾਂ ਦੇ ਹੋਰ ਪ੍ਰੋਜੈਕਟ ਨੂੰ ਅਡਾਪਟ ਕਰਨਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਕੀ ਕਰਨਾ ਚਾਹੋਗੇ? ਦੇਖੋ ਸਾਰੇ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ
ਅੱਜ ਵੀ ਮੇਰਾ ਪਿੰਡ ਜਿਹੜਾ ਜਿੱਥੇ ਮੇਰਾ ਫਾਰਮ ਹੈ ਹਰਦੋਨੇਕਨਾਮਾ ਜੀ ਮੇਰਾ ਪ੍ਰੋਜੈਕਟ ਰਾਮਪੁਰ ਹਲੇੜ ਚ ਹੈ ਜੀ ਮੇਰਾ ਫਾਰਮ ਹਰਦੋਨੇਕਨਾਮਾ ਚ ਨਾਲ ਪਿੰਡ ਹੈ ਜੀ ਹਰਦੋਨੇਕਨਾਮਾ ਵਿੱਚ ਪੰਜਾਬ ਦੇ ਅੰਦਰ ਹਰਦੋਨੇਕਨਾਮਾ ਇਸ ਲਈ ਸਭ ਤੋਂ ਜ਼ਿਆਦਾ ਬੈਂਬੂ ਪੈਦਾ ਕਰਦਾ ਪਿਆ ਇਸ ਕਰਕੇ ਕਿ ਫਾਰਮਰਸ ਨੇ ਬੈਂਬੂ ਨੂੰ ਦੇਖ ਲਿਆ ਜੀ ਪੰਜਾਬ ਗਵਰਨਮੈਂਟ ਅਗਰ ਇੱਕ ਕੰਮ ਕਰ ਦਵੇ ਜਿਹੜਾ ਕਿ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਬੈਂਬੂ ਨੂੰ ਕੱਟਣ ਲਈ ਜੀ ਸਮੇਂ ਸਰਕਾਰ ਤੋਂ ਪਰਮਿਟ ਲੈਣਾ ਤੁਹਾਡੇ ਨਾਲ ਹੋਰ ਸਹਿਯੋਗੀ ਹੁੰਦੇ ਆ ਜਾਂ ਕਿਸ ਤਰ੍ਹਾਂ ਤੁਸੀਂ ਉਹਨੂੰ ਨਹੀਂ ਜਿਹੜਾ ਤਾਂ ਮੇਰਾ ਫਾਰਮ ਹੈ ਉਹਦੇ ਤੱਕ ਖੈਰ ਮੈਂ ਲੱਗਾ ਸੀ ਜਿਹੜਾ ਹੁਣ ਰਾਮਪੁਰ ਪ੍ਰੋਜੈਕਟ ਮੈਂ ਸ਼ੁਰੂ ਕੀਤਾ ਹੋਇਆ ਹੈ ਜਿਹਦੇ 'ਚ ਅਸੀਂ ਕਹਿ ਰਹੇ ਹਾਂ ਕਿ ਅਸੀਂ ਉਸ ਪਿੰਡ ਨੂੰ 1 ਕਰੋੜ ਰੁਪਈਆ 1 ਸਾਲ ਦੀ ਇਨਕਮ ਤੇ ਦੇ ਕੇ ਜਾਣਾ ਜੀ ਤੇ ਅਸੀਂ 4 ਬੰਦਿਆਂ ਨੇ ਰਲ ਕੇ ਸ਼ੁਰੂ ਕੀਤਾ ਸੀ ਜੀ ਪਰ ਹੁਣ ਤੇ ਮੈਂ ਇਕੱਲਾ ਹੀ ਰਹਿ ਗਿਆ ਤੇ ਉਸ ਪ੍ਰੋਜੈਕਟ ਨੂੰ ਵੀ ਚਲਦੇ ਨੂੰ 2 ਸਾਲ ਹੋ ਚੱਲੇ ਆ 3 ਸਾਲ ਜਾਂ 4 ਸਾਲ ਤੋਂ ਬਾਅਦ ਮੈਂ ਉਮੀਦ ਕਰ ਰਿਹਾ ਕਿ ਮੈਂ ਉਹਨੂੰ 1 ਕਰੋੜ ਰੁਪਇਆ 1 ਸਾਲ ਦੀ ਇਨਕਮ ਤੇ ਦੇ ਦਾਂਗਾ ਸਰ ਜਿਹੜਾ ਪਿਛਲੇ ਇੰਨੇ ਸਾਲਾਂ ਤੋਂ ਜਿਹੜੀ ਅਸੀਂ ਗੁਫ਼ਤਗੂ ਕੀਤੀ ਹੈ ਇਸ ਬੈਂਬੂ ਦੀ ਖੇਤੀ ਨੂੰ ਲੈ ਕੇ ਤੁਸੀਂ ਅੱਜ ਤੱਕ ਜਿਹੜੇ ਆਪਣੇ ਕੰਮ ਕੀਤੇ ਅੱਜ ਤੱਕ ਸਰਕਾਰਾਂ ਵੱਲੋਂ ਚਾਹੇ ਸੈਂਟਰ ਸਰਕਾਰ ਚਾਹੇ ਭਾਰਤ ਸਰਕਾਰ ਪੰਜਾਬ ਸਰਕਾਰ ਇਹਦੇ ਵੱਲੋਂ ਤੁਹਾਨੂੰ ਕੋਈ ਅਵਾਰਡ ਜਾਂ ਤੁਹਾਨੂੰ ਲੱਗਦਾ ਵੀ ਜਿਹੜੀ ਤੁਹਾਨੂੰ ਨੀਡ ਹੈਗੀ ਆ ਨੈਸੈਸਿਟੀ ਹੈਗੀ ਉਹ ਪੂਰੀ ਕੀਤੀ ਗਈ ਜਾਂ ਤੁਹਾਨੂੰ ਲੱਗਦਾ ਇਨ ਫਿਊਚਰ ਹੋ ਸਕਦੀ ਹੈ ਪੋਸੀਬਲ ਮੇਰੇ ਕੋਲ ਜਦੋਂ ਆਈਜੀ ਸਾਹਿਬ ਆਏ ਉੱਥੇ ਫਾਰਮ ਦੇਖਣ ਜੀ ਜਿਹੜਾ ਪਹਿਲਾ ਸਵਾਲ ਸੀ ਉਹਨਾਂ ਦਾ ਜੀ ਉਹ ਇਹ ਹੀ ਸੀਗਾ ਕਿ ਮੈਨੂੰ ਕਹਿਣਗੇ ਰਿਸ਼ੀ ਤੈਨੂੰ ਅੱਜ ਤੱਕ ਕੋਈ ਅਵਾਰਡ ਮਿਲਿਆ ਕਿ ਨਹੀਂ ਜੀ ਮੈਂ ਕਿਹਾ ਜੀ ਮੈਨੂੰ ਉਹਦਾ ਜਿਹਨੂੰ ਤੁਸੀਂ ਅਵਾਰਡ ਕਹਿੰਦੇ ਉਹ ਤਾਂ ਨਹੀਂ ਮਿਲਿਆ ਪਰ ਵੈਸੇ ਮੈਨੂੰ ਅਵਾਰਡ ਮਿਲਿਆ ਹੋਇਆ ਮੈਂ ਜਿੱਥੇ ਪਹੁੰਚ ਗਿਆ ਉਸ ਦੇ ਵੀ ਆਪਣੇ ਆਪ 'ਚ ਇੱਕ ਅਵਾਰਡ ਇੱਕ ਅਵਾਰਡ ਜਿਹੜੇ ਤੁਹਾਡੇ ਗੈਸਟ ਹੁੰਦੇ ਆ ਸ਼ਬਦਾਂ ਰੂਪੀ ਜਿਹੜਾ ਅਵਾਰਡ ਆ ਉਹ ਤੁਹਾਨੂੰ ਬਹੁਤ ਵਾਰ ਮਿਲ ਚੁੱਕਾ ਆ ਪਰ ਐਕਚੁਅਲ 'ਚ ਜਿਹੜਾ ਅਵਾਰਡ ਮਿਲਣਾ ਉਹ ਨਹੀਂ ਮਿਲਿਆ ਹਾਲੇ ਅਸੀਂ ਉਸ ਲਾਈਨ ਦੇ ਵਿੱਚ ਆ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਕਿਉਂਕਿ ਤੁਸੀਂ ਡਿਜ਼ਰਵ ਕਰਦੇ ਹੋ ਤੁਸੀਂ ਆਪਣੇ ਇਸ ਪ੍ਰੋਫੈਸ਼ਨ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਕਰ ਰਹੇ ਹੋ ਰਿਸ਼ੀ ਸਾਹਿਬ ਜਿਹੜੇ ਸਾਡੇ ਹੋਰ ਫਾਰਮਰ ਆ ਉਹ ਤੁਹਾਡੇ ਇਸ ਖੇਤੀ ਬੈਂਬੂ ਦੀ ਜਾਂ ਕਿਸੇ ਤਰ੍ਹਾਂ ਦੇ ਹੋਰ ਪ੍ਰੋਜੈਕਟ ਨੂੰ ਅਡਾਪਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਾਰੇ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਵੀ ਮੇਰਾ ਪਿੰਡ ਜਿਹੜਾ ਜਿੱਥੇ ਮੇਰਾ ਫਾਰਮ ਹੈ ਹਰਦੋਨੇਕਨਾਮਾ ਜੀ ਮੇਰਾ ਪ੍ਰੋਜੈਕਟ ਰਾਮਪੁਰ ਹਲੇੜ ਚ ਹੈ ਜੀ ਮੇਰਾ ਫਾਰਮ ਹਰਦੋਨੇਕਨਾਮਾ ਚ ਨਾਲ ਪਿੰਡ ਹੈ ਜੀ ਹਰਦੋਨੇਕਨਾਮਾ ਵਿੱਚ ਪੰਜਾਬ ਦੇ ਅੰਦਰ ਹਰਦੋਨੇਕਨਾਮਾ ਇਸ ਲਈ ਸਭ ਤੋਂ ਜ਼ਿਆਦਾ ਬੈਂਬੂ ਪੈਦਾ ਕਰਦਾ ਪਿਆ ਇਸ ਕਰਕੇ ਕਿ ਫਾਰਮਰਸ ਨੇ ਬੈਂਬੂ ਨੂੰ ਦੇਖ ਲਿਆ ਜੀ ਪੰਜਾਬ ਗਵਰਨਮੈਂਟ ਅਗਰ ਇੱਕ ਕੰਮ ਕਰ ਦਵੇ ਜਿਹੜਾ ਕਿ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਬੈਂਬੂ ਨੂੰ ਕੱਟਣ ਲਈ ਸਮੇਂ ਸਰਕਾਰ ਤੋਂ ਪਰਮਿਟ ਲੈਣਾ ਪੈਂਦਾ ਔਰ ਪਰਮਿਟ ਲੈਣਾ ਇੰਨਾ ਔਖਾ ਇੱਕ ਹੈਗਾ ਤਰੀਕਾ ਔਰ ਉਹ ਇੰਨਾ ਕਾਸਟਲੀ ਹੈ ਮਹਿੰਗਾ ਪੈਂਦਾ ਹੈ ਪਰਮਿਟ ਲੈਣਾ ਕਿ ਉਸ ਝਮੇਲੇ ਤੋਂ ਬਚਣ ਲਈ ਲੋਕ ਬਾਂਸ ਉਗਾਉਂਦੇ ਹੀ ਨਹੀਂ ਔਰ ਜਿਹੜੇ ਬਾਂਸਾਂ ਦੇ ਬੂਟੇ ਉੱਗੇ ਹੋਏ ਨੇ ਉਹ ਕ੍ਰੌਪ ਨਹੀਂ ਦੇ ਰਹੇ ਉਹ ਬੇਕਾਰ ਜਾ ਰਹੇ ਹੈ ਔਰ ਅਖੀਰ ਬਾਂਸ ਆਪਣੀ ਲਾਈਫ 'ਚ ਇੱਕ ਵਾਰੀ ਸੀਡ ਲੈਂਦਾ ਔਰ ਉਹ ਸੀਟ ਤੇ ਆ ਜਾਂਦੇ ਆ ਔਰ ਖਤਮ ਹੋ ਜਾਂਦੇ ਆ ਤੁਹਾਡਾ ਕਹਿਣ ਦਾ ਮਤਲਬ ਵੀ ਸਰਕਾਰ ਨੂੰ ਤੁਹਾਡੇ ਸ਼ਬਦਾਂ ਨਾਲ ਇਹ ਹੈ ਵੀ ਸਰਕਾਰ ਜਿਹੜੀਆਂ ਟਰਮਸ ਐਂਡ ਕੰਡੀਸ਼ਨ ਆ ਉਹ ਲਾਇਸੈਂਸ ਲੈਣ ਲਈ ਜਾਂ ਅਥਾਰਟੀ ਲੈਣ ਲਈ ਜਾਂ ਆਗਿਆ ਲੈਣ ਲਈ ਉਹਨੂੰ ਬਿਲਕੁਲ ਈਜ਼ੀ ਕੀਤਾ ਜਾਵੇ ਤਾਂ ਕਿ ਬਹੁਤ ਸਾਰੇ ਕਿਸਾਨ ਜਿਹੜੇ ਫਾਈਨਾਂਸ਼ਲੀ ਈਜ਼ੀ ਨਹੀਂ ਹੈ ਕਿ ਨਾ ਕਰ ਸਕਦੇ ਉਹਨਾਂ ਨੂੰ ਮਿਲ ਸਕੇ ਜਿਹਦੇ ਨਾਲ ਫਿਰ ਬੈਂਬੂ ਦੀ ਖੇਤੀ ਜਿਹੜੀ ਜ਼ਿਆਦਾ ਵਧੀਆ ਹੋ ਸਕਦੀ ਕਿਸਾਨਾਂ ਦੇ ਵਿੱਚ ਹੋਰ ਉਤਸ਼ਾਹ ਆ ਸਕਦਾ ਮੈਂ ਇਸ ਗੱਲ ਤੋਂ ਹੈਰਾਨ ਹਾਂ ਜੀ ਕਈ ਵਾਰ ਪੰਜਾਬ ਗਵਰਨਮੈਂਟ ਦੇ ਬਹੁਤ ਸੀਨੀਅਰ ਅਫਸਰਸ ਨਾਲ ਵੀ ਡਿਸਕਸ਼ਨ ਹੋ ਚੁੱਕੀ ਹੈ ਜਿਹਦਾ ਰਿਜ਼ਲਟ ਤੇ ਕੋਈ ਨਹੀਂ ਨਿਕਲਿਆ ਪੰਜਾਬ 'ਚ ਇੱਕ ਲੈਂਡ ਪ੍ਰੀਜ਼ਰਵੇਸ਼ਨ 2 ਐਕਟ ਲਾਗੂ ਜੀ ਜਿਹੜਾ ਪੰਜਾਬ ਵਿੱਚ 1902 'ਚ ਲਾਗੂ ਹੋਇਆ ਉਸ ਵੇਲੇ ਅੰਗਰੇਜ਼ ਸਰਕਾਰ ਸੀਗੀ ਤੇ ਪੰਜਾਬ ਉਸ ਵੇਲੇ ਬਹੁਤ ਵੱਡਾ ਸੀਗਾ ਅਫਗਾਨਿਸਤਾਨ ਦਾ ਕੁਝ ਹਿੱਸਾ ਪੰਜਾਬ 'ਚ ਸੀਗਾ ਪਾਕਿਸਤਾਨ 'ਚ ਜਿਹੜਾ ਪੂਰਾ ਪੰਜਾਬ ਹੈ ਉਹ ਪੰਜਾਬ 'ਚ ਸੀਗਾ ਪੰਜਾਬ ਦਾ ਜਿਹੜਾ ਮੌਜੂਦਾ ਹੈ ਤਸਤੀ ਇਹ ਪੰਜਾਬ 'ਚ ਸੀ ਹਰਿਆਣਾ ਪੰਜਾਬ 'ਚ ਸੀਗਾ ਹਿਮਾਚਲ ਪ੍ਰਦੇਸ਼ ਪੰਜਾਬ 'ਚ ਸੀ ਇੰਨੇ ਵੱਡੇ ਖਿੱਤੇ ਦੀ 1902 ਵਿੱਚ 2 ਕਰੋੜ ਆਬਾਦੀ ਸੀ ਔਰ ਇੰਨੇ ਵੱਡੇ ਖਿੱਤੇ ਵਿੱਚ ਜੰਗਲ ਪੈਦਾ ਨਹੀਂ ਕੀਤੇ ਜਾ ਸਕੇ ਔਰ ਉਸ ਵੇਲੇ ਇੱਕ ਜਿਹੜੀ ਸਾਰਿਆਂ ਨਾਲੋਂ ਹੋਰ ਵੱਡੀ ਪ੍ਰੋਬਲਮ ਸੀਗੀ ਕਿ ਸੋਰਸ ਆਫ એનર્ਜੀ ਨਾ ਤੇ ਬਿਜਲੀ ਸੀਗੀ ਨਾ ਕੋਲਾ ਸੀਗਾ ਨਾ ਗੈਸ ਸੀਗੀ ਨਾ ਸਾਡੇ ਕੋਲ ਸੋਲਰ ਲਾਈਟ ਤੇ ਕੋਈ ਕੰਮ ਸੋਰਸ ਆਫ એનર્ਜੀ ਸਿਰਫ ਇੱਕ ਲੱਕੜੀ ਸੀ ਇਸ ਕਰਕੇ ਸਰਕਾਰ ਨੂੰ ਲੱਕੜੀ ਕੱਟਣ ਲਈ ਕਾਨੂੰਨ ਬਣਾਉਣਾ ਪਿਆ ਹੁਣ ਸਾਡੇ ਕੋਲ ਸੋਰਸ ਆਫ એનર્ਜੀ ਬਹੁਤ ਜ਼ਿਆਦਾ ਹੈ ਹੁਣ ਅਸੀਂ ਜੰਗਲ ਉਗਾਉਂਦੇ ਆ ਜੀ ਉਹ ਕਾਨੂੰਨ ਜੰਗਲ ਪੈਦਾ ਕਰਦਾ ਸੀਗਾ ਤੇ ਅਸੀਂ ਜਿਹੜਾ ਜੰਗਲ ਉਗਾਉਣ ਵਾਲਾ ਸਾਧਨ ਹੈ ਉਹਨੂੰ ਅਡਾਪਟ ਕਰਨ ਲਈ ਤਿਆਰ ਨਹੀਂ ਆ ਅਗਰ ਅਸੀਂ ਥੋੜਾ ਜਿਹਾ ਵੀ ਲੋਕਾਂ ਦਾ ਸਾਥ ਦਈਏ ਤੇ ਇਹ ਜਿਹੜੀ ਧਰਤੀ ਹੈ
ਜਿਹਨੂੰ ਅਸੀਂ ਕੰਢੀ ਏਰੀਆ ਕਹਿੰਦੇ ਆ, ਜੀ ਜੀ ਇਹ ਕਰੋੜਾਂ ਰੁਪਏ ਪੈਦਾ ਕਰ ਸਕਦੀ ਹੈ, ਬਹੁਤ ਸੋਹਣੇ ਜੰਗਲ ਪੈਦਾ ਕਰ ਸਕਦੀ ਹੈ, ਬਹੁਤ ਜ਼ਿਆਦਾ ਟੂਰਿਜ਼ਮ ਨੂੰ ਅਟਰੈਕਟ ਕਰ ਸਕਦੀ ਹੈ, ਕਈ ਹਜ਼ਾਰ ਕਰੋੜ ਰੁਪਈਆ ਪੈਦਾ ਕਰ ਸਕਦੀ ਹੈ, ਲੱਖਾਂ ਨੌਕਰੀਆਂ ਪੈਦਾ ਕਰ ਸਕਦੀ ਹੈ। ਗੌਤਮ ਰਿਸ਼ੀ ਜੀ, ਅਸੀਂ ਹੁਣ ਲਾਸਟ ਦੇ ਵਿੱਚ ਗੱਲ ਕਰੀਏ ਇਸ ਗੁਫ਼ਤਗੂ ਦੇ ਦੌਰਾਨ ਮੈਂ ਕੋਈ ਗੱਲ ਤੁਹਾਡੇ ਤੋਂ ਪੁੱਛ ਨਹੀਂ ਰਹਿ ਗਿਆ ਔਰ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਕਰਨੀ ਚਾਹੁੰਦੇ ਹੋ ਤੇ ਉਹ ਜ਼ਰੂਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆਪਾਂ ਰਹਿ ਗਏ ਸੀ ਉਹ ਜ਼ਰੂਰ ਕਰਨਾ। ਮੈਂ ਇੱਕ ਤੇ ਪੰਜਾਬ ਗਵਰਨਮੈਂਟ ਨੂੰ ਇਹੋ ਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹਨੂੰ ਓਪਨ ਡਿਸਕਸ਼ਨ 'ਚ ਲੈ ਕੇ ਆਓ ਕਿ ਅਸੀਂ ਬੈਂਬੂ ਕਿਉਂ ਉਗਾਉਣਾ ਚਾਹੁੰਦੇ ਹਾਂ ਔਰ ਉਹ ਕਾਨੂੰਨ ਕਿਉਂ ਲਾਗੂ ਕਰਨਾ ਚਾਹੁੰਦੇ ਆ। ਉਹ ਇਹ ਪੰਜਾਬ ਦਾ ਐਕਟ ਜਿਹੜਾ 1902 'ਚ ਲਾਗੂ ਹੋਇਆ, ਅੱਜ ਹਿਮਾਚਲ ਨੇ ਬੈਂਬੂ ਨੂੰ ਫ੍ਰੀ ਕਰਤਾ, ਪਰਮਿਟ ਤੋਂ ਬਿਨਾਂ ਕਰਤਾ। ਐਕਟ ਉਹੀ ਲਾਗੂ ਹੈ। J&K ਵਿੱਚ ਬੈਂਬੂ ਨੂੰ ਕੱਟਣਾ ਫ੍ਰੀ ਹੈ, ਹਰਿਆਣਾ 'ਚ ਕੱਟਣਾ ਫ੍ਰੀ ਹੈ। ਪੰਜਾਬ ਦਾ ਇਹ ਖਿੱਤਾ ਕੱਲਾ ਇਸ ਨੂੰ ਪਰਮਿਟ ਨੂੰ ਲੈ ਕੇ ਬੈਠਿਆ ਹੋਇਆ, ਜਿਹਦੇ ਕਰਕੇ ਇਸ ਏਰੀਏ 'ਚ ਬੈਂਬੂ ਉਗਾਉਣਾ ਨਹੀਂ ਉਗ ਰਿਹਾ, ਜਿਹਦੇ ਕਰਕੇ ਪੰਜਾਬ ਗਵਰਨਮੈਂਟ ਆਪਣਾ ਨੁਕਸਾਨ ਤੇ ਕਰ ਰਹੀ ਹੈ, ਲੋਕਾਂ ਦਾ ਵੀ ਨਾਲ ਕਰ ਰਹੀ ਹੈ। ਇੱਕ ਨੰਬਰ 2 ਤੇ ਅਸੀਂ ਇਹਨਾਂ 76 ਸਾਲਾਂ 'ਚ ਜੀ ਅੱਜ ਤੱਕ ਪੰਜਾਬ ਦੇ ਫਾਰਮਰ ਨੂੰ, ਜਿਹੜੇ ਲੋਕ ਬਾਂਸ ਉਗਾਉਣਾ ਚਾਹੁੰਦੇ ਆ, ਉਹਨਾਂ ਨੂੰ ਇਹ ਦੱਸ ਹੀ ਨਹੀਂ ਸਕੇ ਕਿ ਕਿਹੜੀ ਸਪੀਸ਼ੀ ਉਗਾਉਣੀ ਚਾਹੀਦੀ ਹੈ, ਉਹਦਾ ਕਿੰਨਾ ਕਿ ਡਿਸਟੈਂਸ ਇੱਕ ਦੂਜੇ ਨਾਲ ਰੱਖਣਾ ਚਾਹੀਦਾ, ਕਿਸ ਤਰੀਕੇ ਨਾਲ ਉਹਨੂੰ ਮੇਨਟੇਨ ਕਰਨਾ ਚਾਹੀਦਾ ਕਿ ਉਹ ਵੱਧ ਤੋਂ ਵੱਧ ਐਫੀਸ਼ੀਐਂਸੀ ਦੇਵੇ, ਇਨਕਮ ਦੇਵੇ। ਪਰ ਇਹ ਅਗਰ ਗੱਲਾਂ ਥੋੜਾ ਜਿਹਾ ਗੌਰ ਕੀਤਾ ਜਾਵੇ ਤੇ ਪੰਜਾਬ 'ਚ ਇਕਨੋਮਿਕ ਕੰਡੀਸ਼ਨ ਹੀ ਬਦਲ ਸਕਦੀ ਹੈ। ਪੰਜਾਬ ਇਹਦੇ ਵਿੱਚ ਸੋਨੇ ਦੀ ਚਿੜੀ ਬਣ ਇਹਦਾ ਹਿੱਸਾ ਵੀ ਕਾਫੀ ਪੈ ਸਕਦਾ ਹੈ। ਪੰਜਾਬ ਨੂੰ ਵੈਸੇ ਬਾਂਸ ਨੂੰ ਵੈਸੇ ਹੀ ਗਵਰਨਮੈਂਟ ਆਫ ਇੰਡੀਆ ਨੇ ਗ੍ਰੀਨ ਗੋਲਡ ਡਿਕਲੇਅਰ ਕਰਤਾ ਹੈ। ਅੱਜ ਤੱਕ ਗ੍ਰੀਨ ਤੇ ਸਾਡੇ ਕੋਲ ਹੈਗਾ, ਬਾਂਸ ਤੋਂ ਗੋਲਡ ਨਹੀਂ ਮਿਲਿਆ। ਐਕਚੁਅਲੀ ਗੋਲਡ ਵੀ ਹੈਗਾ, ਪਰ ਅਸੀਂ ਉਸ ਗੋਲਡ ਨੂੰ ਆਪਣੇ ਆਪ ਹੀ ਗਵਾ ਰਹੇ ਹਾਂ, ਗੋਲਡ ਨੂੰ ਪੈਦਾ ਨਹੀਂ ਕਰਦੇ। ਬਹੁਤ ਬਹੁਤ ਧੰਨਵਾਦ ਗੌਤਮ ਰਿਸ਼ੀ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਸੋ ਦੋਸਤੋ, ਇਹ ਸਨ ਗੌਤਮ ਰਿਸ਼ੀ ਬੈਂਬੂ ਖੇਤੀ ਦੇ ਮਾਹਰ, ਜਿਨ੍ਹਾਂ ਨੇ ਚਿੰਤਾ ਵੀ ਕੀਤੀ, ਚਿੰਤਨ ਵੀ ਕੀਤਾ ਤੇ ਨਾਲ ਦੇ ਨਾਲ ਸਰਕਾਰ ਤੇ ਆਪਣਾ ਜਿਹੜਾ ਰੋਸ ਵੀ ਜ਼ਾਹਰ ਕੀਤਾ ਕਿ ਸਰਕਾਰ ਵੱਲੋਂ ਹਲੇ ਪੂਰੀ ਤਰ੍ਹਾਂ ਨਹੀਂ ਹੈ, ਪਰ ਇਹਨਾਂ ਦੇ ਕਹਿਣ ਦੇ ਮੁਤਾਬਕ ਜਿੱਥੇ ਇਹਨਾਂ ਦੀ ਇਨਕਮ ਦਾ ਸਾਧਨ, ਉੱਥੇ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕਦਾ, ਖੇਤੀ ਵੀ ਵੱਧ ਸਕਦੀ ਹੈ ਔਰ ਪੰਜਾਬ ਮੁੜ ਕੇ ਸੋਨੇ ਦੀ ਚਿੜੀ ਬਣ ਜਾਵੇ। ਇਸ ਬੈਂਬੂ ਦੀ ਖੇਤੀ ਦਾ ਕਾਫੀ ਯੋਗਦਾਨ ਹੋਗਾ। ਹੁਸ਼ਿਆਰਪੁਰ ਤੋਂ ਲਿਵਿੰਗ ਇੰਡੀਆ ਨਿਊਜ਼ ਲਈ ਦਲਜੀਤ ਅਜਨੋ।